ਸਾਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਤੁਸੀਂ ਗਾਉਂਦੇ ਹੋ, ਤੁਸੀਂ ਆਉਂਦੇ ਹੋ ਔਰ ਉਹਦੇ ਵਿੱਚ ਦੋ ਚੀਜ਼ਾਂ ਹਨ। ਇੱਕ ਤਾਂ ਤੁਸੀਂ ਜਿਵੇਂ ਮੈਂ ਦੱਸਿਆ ਪੰਜਾਬੀ ਫੋਕ ਨੂੰ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਤੇ ਦੂਸਰਾ ਤੁਹਾਡਾ ਇੱਕ ਕੁੜੀ ਹੋ ਕੇ ਤੇ ਇਸ ਨੂੰ ਗਾਣਾ, ਉਹ ਚਿਮਟੇ ਦੇ ਨਾਲ ਗਾਣਾ ਜਿਹੜਾ ਕਿਧਰੇ ਸਾਨੂੰ ਵੇਖਣ ਨੂੰ ਨਹੀਂ ਮਿਲਦਾ। ਸੋ ਸਾਨੂੰ ਬੜਾ ਮਾਣ ਮਿਲਦਾ ਹੈ ਜਦੋਂ ਵੀ ਤੁਸੀਂ ਆਉਂਦੇ ਹੋ। ਅੱਜ ਅਸੀਂ ਕੋਈ ਥੋੜ੍ਹਾ ਜਾਵਾਂਗੇ ਤੁਹਾਡੀ ਜੀਵਨੀ ਵੱਲ, ਤੁਹਾਡੀ ਹਯਾਤੀ ਵੱਲ, ਔਰ ਹਯਾਤੀ ਵੱਲ ਅਸੀਂ ਜਾਵਾਂਗੇ ਕਿ ਕਿੱਥੋਂ ਤੁਸੀਂ ਇਹ ਸਿੱਖਿਆ, ਕਿਉਂਕਿ ਕੋਈ ਵੀ ਕੰਮ ਹੁੰਦਾ ਹੈ ਤੇ ਉਹਦੇ ਪਿੱਛੇ ਉਹਦੀ ਬੈਕ ਤੇ ਹੁੰਦੀ ਹੈ ਨਾ। ਤੇ ਤੁਸੀਂ ਦੱਸੋ ਤੁਹਾਨੂੰ ਗਾਣ ਦਾ ਸ਼ੌਕ ਕਿਵੇਂ ਹੋਇਆ? ਮੈਨੂੰ ਗਾਣ ਦਾ ਸ਼ੌਕ ਐਵੇਂ ਹੋਇਆ ਕਿ ਮੇਰੀ ਬਿਲਕੁਲ ਹੀ ਛੋਟੀ ਸਾਰੀ ਉਮਰ ਸੀ, ਤਕਰੀਬਨ 4 ਤੋਂ 5 ਸਾਲ ਦੇ ਦਰਮਿਆਨ 'ਚ, ਤੇ ਮੈਂ ਸਕੂਲ ਜਾਣਾ ਕਰਨਾ ਤੇ ਉੱਥੇ ਅਸੈਂਬਲੀ ਦੇ ਵਿੱਚ ਨਾਤਾਂ ਵਗੈਰਾ ਪੜ੍ਹੀਆਂ ਜਾਣੀਆਂ, ਜਿਸ ਤਰ੍ਹਾਂ ਛੋਟੇ ਛੋਟੇ ਫੰਕਸ਼ਨ ਹੋਣੇ, ਗਾਣੇ ਗਾਏ ਜਾਣੇ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ, ਡਰਾਮੇ ਵਗੈਰਾ ਥੋੜ੍ਹੇ ਬਹੁਤ ਕੀਤੇ ਜਾਣੇ ਬੱਚਿਆਂ ਦੇ ਕਰਨੇ। ਉੱਥੋਂ ਵੇਖ ਕੇ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਕ ਸੀ ਕਿ ਮੈਂ ਨਾਤਾਂ ਪੜ੍ਹਾ ਕਰਾਂ, ਡੱਫ ਦੇ ਨਾਲ ਪੜ੍ਹਾ ਕਰਾਂ ਜਾਂ ਜਿਸ ਤਰੀਕੇ ਨਾਲ ਵੀ। ਤੇ ਮੈਂ ਤਕਰੀਬਨ 4-5 ਸਾਲ ਦੀ ਦਰਮਿਆਨ 'ਚ ਉਮਰ ਸੀ ਜਦੋਂ ਮੈਨੂੰ ਸ਼ੌਕ ਪੈਦਾ। ਵਾਹ ਵਾਹ, 4-5 ਸਾਲ ਦੀ ਉਮਰ ਦੇ ਵਿੱਚ? ਜੀ। ਤੇ ਕੀ ਸੁਣਦੇ ਸੀ ਤੁਸੀਂ ਸ਼ੁਰੂ ਤੋਂ ਜਿਹੜਾ ਸੁਣ ਕੇ ਤੇ ਸ਼ੌਕ ਪੈਦਾ ਹੋਇਆ? ਮੈਂ ਜ਼ਿਆਦਾਤਰ ਸੁਣਦੀ ਰਹੀ ਹਾਂ ਆਲਮ ਲੋਹਾਰ ਸਾਹਿਬ ਹੋ ਗਏ ਸਾਡੇ, ਜਿਹੜੇ ਕਿ ਚਿਮਟੇ ਦੇ ਕਲਚਰ ਨੂੰ ਉਹਨਾਂ ਨੇ ਜ਼ਿੰਦਾ ਕੀਤਾ। ਉਹਨਾਂ ਨੂੰ ਸੁਣਦੀ ਰਹੀ ਹਾਂ, ਉਹਨਾਂ ਵੱਲੋਂ ਵੇਖ ਕੇ ਮੈਨੂੰ ਚਿਮਟੇ ਦਾ ਬਹੁਤ ਜ਼ਿਆਦਾ ਸ਼ੌਕ ਸੀ। ਜਿਹੜਾ ਗਾਉਣ ਦਾ ਤੇ ਹੈਗਾ ਸੀ ਜਿਹੜਾ ਪਹਿਲਾਂ, ਲੇਕਿਨ ਚਿਮਟੇ ਦਾ ਮੈਨੂੰ ਉਹਦੇ ਤੋਂ ਵੀ ਜ਼ਿਆਦਾ ਸ਼ੌਕ ਸੀ ਕਿ ਇਹ ਜਿਹੜਾ ਵੱਜਦਾ ਹੈ ਨਾ, ਇਹ ਮੈਨੂੰ ਕਿਧਰੇ ਜਾ ਜਾਏ ਨਾ ਤੇ ਕੀ ਹੀ ਬਾਤ ਹੋ ਜਾਏ। ਮਤਲਬ ਅਗਰ ਅਸੀਂ ਕਹੀਏ ਤੇ ਤੁਹਾਨੂੰ ਗਾਇਕੀ ਤੋਂ ਪਹਿਲੇ ਵੀ ਜਿਹੜਾ ਸ਼ੌਕ ਹੈ ਉਹ ਚਿਮਟੇ ਦਾ ਹੋਇਆ ਕਿ ਚਿਮਟਾ ਵਜਾਣਾ ਉਹ ਮੈਨੂੰ ਆ ਜਾਵੇ। ਤੇ ਅੱਛਾ, ਇੱਕ ਹੋਰ ਵੀ ਚੀਜ਼ ਹੈ ਕਿ ਜਿਸ ਉਮਰ ਦੀ ਤੁਸੀਂ ਗੱਲ ਕਰ ਰਹੇ ਹੋ, ਸਾਡੇ ਤੇ ਇੱਥੇ ਇੱਕ ਕਲਚਰ ਹੈ ਹਿੰਦੀ ਮੂਵੀਜ਼ ਦੇਖਣ ਦਾ ਔਰ ਉਰਦੂ ਡਰਾਮੇ ਇੱਥੇ ਦੇਖਣ ਦਾ, ਤੇ ਉਹਦੇ ਅੰਦਰ ਤੁਹਾਨੂੰ ਉਹਨਾਂ ਚੀਜ਼ਾਂ ਨੇ ਕਿਉਂ ਨਹੀਂ ਅਪੀਲ ਕੀਤਾ ਔਰ ਤੁਸੀਂ ਪੰਜਾਬੀ ਵੱਲੇ ਕਿਉਂ ਆਏ, ਔਰ ਪੰਜਾਬੀ ਵੱਲ ਵੀ ਤੁਸੀਂ ਆਏ ਤੇ ਫਿਰ ਉਸ ਰੰਗ ਦੇ ਵਿੱਚ ਆਏ ਜਿਹੜਾ ਬਹੁਤ ਔਖਾ ਹੈ, ਤੇ ਪੰਜਾਬੀ ਵੱਲ ਆਉਣ ਦੇ ਕਿਹੜੀ ਚੀਜ਼ ਤੁਹਾਨੂੰ ਖਿੱਚ ਕੇ ਲੈ ਆਈ? ਪਹਿਲੇ ਨੰਬਰ ਤੇ ਆਇਆ ਕਿ ਮੈਂ ਜ਼ਿਆਦਾ ਹਿੰਦੀ ਫਿਲਮਾਂ, ਉਰਦੂ ਫਿਲਮਾਂ ਵੇਖੀਆਂ ਹੀ ਨਹੀਂ, ਨਾ ਉਰਦੂ ਡਰਾਮੇ। ਸ਼ੁਰੂ ਤੋਂ ਹੀ ਸਾਡੇ ਹੈ ਜੱਗਾ ਟੈਪ ਹੀ ਫਿਲਮਾਂ, ਸੁਲਤਾਨ ਰਾਏ ਸਾਹਿਬ ਹੋ ਗਏ ਤੇ ਸੈਮਾ ਨੂਰ ਸਾਹਿਬ ਹੋ ਗਏ, ਬਦਮਾਸ਼ੀ ਵਾਲੀਆਂ ਫਿਲਮਾਂ ਪੰਜਾਬੀ, ਤੇ ਉਹਨਾਂ 'ਚ ਗਾਣੇ ਵੀ ਪੰਜਾਬੀ ਬੋਲੇ ਜਾਂਦੇ ਨੇ। ਤੇ ਸ਼ੁਰੂ ਤੋਂ ਹੀ ਵੇਖੀਆਂ ਪੰਜਾਬੀ ਫਿਲਮਾਂ, ਜਾਂ ਇੰਡੀਆ ਪੰਜਾਬੀ ਫਿਲਮਾਂ ਵੇਖੀਆਂ ਨੇ ਤੇ ਜਾਂ ਆਪਣੀ ਪਾਕਿਸਤਾਨੀ ਫਿਲਮਾਂ ਵੇਖੀਆਂ ਨੇ। ਉਹਨਾਂ ਵੱਲੇ ਵੇਖ ਕੇ ਮੈਨੂੰ ਸ਼ੌਕ ਸੀ ਕਿ ਮੈਂ ਵੀ ਪੰਜਾਬੀ ਹੀ ਬਣਨਾ ਤੇ ਪੰਜਾਬੀ ਹੀ ਗਾਣਾ ਤੇ ਚਿਮਟਾ ਵੀ ਵਜਾਣਾ। ਉਹਦੇ ਵਿੱਚ ਸਾਡੇ ਮੇਨ ਫਿਰ ਗੱਲ ਆਲਮ ਲੋਹਾਰ ਸਾਹਿਬ ਤੇ ਆ ਕੇ ਮੇਰੀ ਰੁਕਦੀ ਹੈ, ਕਿਉਂਕਿ ਮੇਰੇ ਉਸਤਾਦ ਜ਼ਹਿਰੀ ਜੀ ਗੱਲ ਹੈ, ਪੂਰਾ ਜਹਾਨ ਹੈ ਤੇ ਉਹ ਗੱਲ ਤੇ ਜਿੱਥੋਂ ਟੁਰੇਗੀ ਤੇ ਗੁੰਮੇਗੀ ਉਹਨਾਂ ਵੱਲ ਆਏਗੀ। ਜੀ। ਤੇ ਸ਼ੁਰੂ ਤੋਂ ਹੀ ਦੇਖਿਆ ਹੀ ਪੰਜਾਬੀ ਫਿਲਮਾਂ, ਜਿੱਥੋਂ ਮੈਨੂੰ ਸ਼ੌਕ ਸੀ ਕਿ ਮੈਂ ਪੰਜਾਬੀ ਹੀ ਕਰਨਾ ਹੈ। ਕੁਛ ਉਂਝ ਵੀ ਸਾਡੇ ਪੰਜਾਬੀ ਨੂੰ ਪ੍ਰਮੋਟ ਘੱਟ ਹੀ ਕਰ ਰਹੇ ਨੇ ਅੱਜ ਕੱਲ੍ਹ ਲੋਕ। ਅੱਜ ਕੱਲ੍ਹ ਤੇ ਤੁਸੀਂ ਵੇਖਿਆ ਹੀ ਹੋਣਾ, ਮਾਵਾਂ ਵੀ ਬੱਚਿਆਂ ਨੂੰ ਘਰ ਵੀ ਉਰਦੂ ਹੀ ਬੋਲਣਾ ਹੈ ਜੀ, ਤੇ ਸਕੂਲ ਵੀ ਬਸ ਉਰਦੂ ਹੀ ਬੋਲਣਾ ਹੈ। ਪੰਜਾਬੀ ਤੇ ਜਿਸ ਤਰ੍ਹਾਂ ਖਤਮ ਹੀ ਬਿਲਕੁਲ ਹੋ ਗਈ। ਗਾਣੇ ਵੀ ਹੁਣ ਉਰਦੂ ਹੀ ਬਸ, ਜਾਂ ਇੰਗਲਿਸ਼ ਗਾਣੇ, ਮਾਡਲ ਟੈਪ, ਸੈਕਸੀ ਗਾਣੇ, ਤੇ ਫੋਕ ਵੱਲ ਤਰਜੀਹ ਬਹੁਤ ਘੱਟ ਦਿੱਤੀ ਜਾ ਰਹੀ ਹੈ। ਇੱਕ ਸਾਡਾ ਹੈ ਮੁਸਕਾਨ, ਬਹੁਤ ਵੱਡਾ ਦੁਖਾਂਤ ਹੈ ਕਿ ਅਸੀਂ ਪੰਜਾਬੀ ਤੋਂ ਦੂਰ ਹੋਏ, ਫਿਰ ਪੰਜਾਬੀ ਵੱਲੇ ਵੀ ਅਸੀਂ ਆਉਂਦੇ ਹਾਂ ਤੇ ਅਸੀਂ ਉਹ ਇੱਕ ਸ਼ਹਿਰੀ ਪੰਜਾਬੀ ਜੀ ਜਿਹੜੀ ਹੈ ਨਾ, ਉੱਥੇ ਇੱਕ ਅਸੀਂ ਰਹਿੰਦੇ ਹਾਂ। ਅਸੀਂ ਪਿਓਰ ਉਹਦੀ ਰੂਟਸ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ। ਜਿਵੇਂ ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬੀ ਫੋਕ ਤੇ, ਪੰਜਾਬੀ ਫੋਕ ਵੱਲ ਉਹ ਲੋਕ ਭੁੱਲ ਗਏ, ਤੇ ਤੁਹਾਡਾ ਪੰਜਾਬੀ ਫੋਕ ਵੱਲ ਆਉਣਾ ਇਹ ਇਕੱਲੇ ਆਲਮ ਲੋਹਾਰ ਦੀ ਵਜ੍ਹਾ ਤੋਂ ਹੈ, ਜਾਂ ਤੁਸੀਂ ਕੁਝ ਹੋਰ ਲੋਕਾਂ ਨੂੰ ਵੀ ਸੁਣਿਆ ਜਿਨ੍ਹਾਂ ਨੇ ਪੰਜਾਬੀ ਫੋਕ ਬਹੁਤ ਸੋਹਣਾ ਗਾਇਆ? ਮੈਂ ਜ਼ਿਆਦਾਤਰ ਤੇ ਸੁਣਿਆ ਜਿਹੜਾ ਸਿਰਫ ਆਲਮ ਲੋਹਾਰ ਸਾਹਿਬ ਨੂੰ, ਜਿਨ੍ਹਾਂ ਨੂੰ ਵੇਖ ਕੇ ਮੇਰੀ ਨੀਅਤ ਪੱਕੀ ਹੋਈ ਕਿ ਮੈਂ ਫੋਕ ਹੀ ਕਰਨਾ ਤੇ ਮੇਨ ਸਿਰਫ ਆਲਮ ਲੋਹਾਰ ਸਾਹਿਬ ਹੀ ਨੇ। ਜਾਂ ਸਾਡੇ ਚੜ੍ਹਦੇ ਪੰਜਾਬ ਤੋਂ ਹੋ ਗਏ ਗੁਰਦਾਸ ਮਾਨ। ਅੱਛਾ, ਹਾਂ, ਬਹੁਤ ਸੋਹਣਾ ਨਾਮ ਗੁਰਦਾਸ ਮਾਨ। ਉਹਨਾਂ ਨੂੰ ਦੇਖਿਆ, ਹੋਰ ਕਾਫੀ ਜ਼ਿਆਦਾ ਸਿੰਗਰ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਮੇਰਾ ਸ਼ੌਕ ਵੱਧਦਾ ਹੀ ਗਿਆ। ਜਿਵੇਂ ਜਿਵੇਂ ਮੈਂ ਵੇਖਦੀ ਗਈ ਮੇਰਾ ਸ਼ੌਕ ਵੱਧਦਾ ਹੀ ਗਿਆ ਕਿ ਮੈਂ ਫੋਕ ਹੀ ਕਰਨਾ ਹੈ, ਪੰਜਾਬੀ ਹੀ ਕਰਨਾ ਹੈ, ਬਸ ਕਰ ਹੀ ਲੈਣਾ। ਤੇ ਗਾਣ ਦੀ ਤਾਂ ਫਿਰ ਸਾਨੂੰ ਇੱਥੇ ਇੱਕ ਮਸਲਾ ਇਹ ਵੀ ਹੈ ਨਾ, ਕੁੜੀਆਂ ਨੂੰ ਤਾਂ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ ਗਾਣ ਦੀ, ਤੇ ਤੁਹਾਨੂੰ ਫਿਰ ਇਜਾਜ਼ਤ ਕਦੋਂ ਮਿਲ ਗਈ? ਇਸ ਤੋਂ ਪਹਿਲੇ ਤਾਂ ਇਹ ਦੱਸੋ ਨਾ ਕਿ ਉਹ ਜਦੋਂ ਤੁਸੀਂ ਇਹ ਸੁਣਦੇ ਸੀ ਸਾਰਾ ਕੁਝ, ਤੇ ਕੋਈ ਆਪਣੇ ਤੌਰ ਤੇ ਬਾਥਰੂਮ ਸਿੰਗਰ ਸੀ ਜਾਂ ਵੈਸੇ ਕਿਤੇ ਸਕੂਲ ਦੇ ਅੰਦਰ ਕੋਈ ਆਪਣੇ ਗਾ ਕੇ ਤੇ ਫਨ ਦਾ ਮੁਜ਼ਾਹਰਾ ਕਰਦੇ ਸੀ? ਸਾਡੇ ਘਰ ਦੇ ਵਿੱਚ ਨਾ, ਫੈਮਿਲੀ ਦੇ ਵਿੱਚ ਤੇ ਪੰਜਾਬੀ ਫਿਲਮਾਂ ਹੀ ਵੇਖੀਆਂ ਜਾਂਦੀਆਂ, ਆਲਮ ਲੋਹਾਰ ਦੇ ਇਸ ਤਰ੍ਹਾਂ ਫੋਕ ਹੀ ਲਾਏ ਹੁੰਦੇ ਸੀ ਅਕਸਰ ਵਾਲਦੈਨ ਨੇ, ਬੱਚਿਆਂ ਨੇ ਘਰ। ਮੈਂ ਵੀ ਉਦੋਂ ਇਸ ਤਰ੍ਹਾਂ ਹੀ ਸੀ, ਤੇ ਜਦੋਂ ਮੈਂ ਸੁਣਨਾ ਨਾ ਕੋਲ ਬੈਠ ਕੇ, ਤੇ ਫਿਰ ਮੈਂ ਲਹਿਦਾ ਜਾਣਾ ਦੀਵਾਰ ਦੇ ਪਿੱਛੇ ਖੜੇ ਹੋ ਕੇ ਥੋੜ੍ਹਾ ਬਹੁਤਾ ਗੁਣਗੁਣਾਉਣਾ ਕਿ ਕਿਸ ਤਰ੍ਹਾਂ ਗਾਇਆ ਜਾ ਰਿਹਾ, ਤੇ ਫਿਰ ਮੈਨੂੰ ਹੋਰ ਸ਼ੌਕ ਵੱਧਦਾ ਸੀ ਕਿ ਮੈਂ ਸ਼ਾਇਦ ਗਾ ਸਕਦੀ ਹਾਂ ਜਾਂ ਮੈਂ ਗਾ ਲਵਾਂ।
ਪਰ ਉਦੋਂ ਮਸਲਾ ਇਹ ਸੀ ਕਿ ਮੈਨੂੰ ਕੋਈ ਦੱਸਣ ਵਾਲਾ ਨਹੀਂ ਸੀ ਕਿ ਤੇਰੇ 'ਚ ਕੌਨਫੀਡੈਂਸ ਹੈ, ਤੂੰ ਕਰ ਸਕਦੀ ਹੈ, ਕੋਸ਼ਿਸ਼ ਹਾਂ ਕਰੇ ਹਾਂ ਤੇ ਹਾਂ ਉਹਨੂੰ ਸੁਣਦਿਆਂ ਰਹਿਣਾ, ਕਦੀ ਕਿਧਰੇ ਜਾ ਕੇ ਲੋਕ ਕੇ ਦੋ ਬੋਲ ਕਹਿ ਲੈਣੇ, ਕਦੀ ਕਿਧਰੇ ਜਾ ਕੇ ਕਿ ਮੈਂ ਸ਼ਾਇਦ ਗਾ ਸਕਾਂ।